ਭਾਗੇ ਹੋ ਜੋ ਹਰ ਰੋਜ਼ ਦੀ ਤਰ੍ਹਾਂ ਗੁਰ ਇਤਿਹਾਸ ਦੀ ਕਥਾ ਸ਼ਰਵਨ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਮਿਲ ਬੈਠੇ ਹੋ। ਆਪ ਜੀ ਨੇ ਇਸ ਤੋਂ ਪਹਿਲੇ ਪ੍ਰਸੰਗ ਦੇ ਵਿੱਚ ਸ਼ਰਵਣ ਕੀਤਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਸ ਵੇਲੇ ਇਹ ਹਰਗੋਬਿੰਦਪੁਰੇ ਵਾਲੀ ਜੰਗ ਲੜਨੀ ਕੀਤੀ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਸ ਸਤਿਗੁਰੂ ਜੀ ਦੀਆਂ ਵਡਿਆਈਆਂ ਦੂਰ ਦੂਰ ਤੱਕ ਹੋਈਆਂ। ਸਤਿਗੁਰੂ ਜੀ ਦੀਵਾਨ ਸਜਾਉਂਦੇ ਨੇ, ਦੂਰੋਂ ਦੂਰੋਂ ਗੁਰੂ ਦੇ ਪਿਆਰ ਵਾਲੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰਦੇ ਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸਿੱਖਾਂ ਦੇ ਉੱਤੇ ਕਿਰਪਾ ਕਰਦੇ ਨੇ, ਉਹਨਾਂ ਤੇ ਰਹਿਮਤਾਂ ਬਖਸ਼ਿਸ਼ਾਂ ਕਰਦੇ ਨੇ। ਤੇ ਪੱਛਮ ਦੇ ਵਿੱਚ ਵਸਣ ਵਾਲਾ ਭਾਈ ਸੁਭਾਗਾ ਇਹਨੇ ਕੁਛ ਭੇਟਾ ਜਿਹੜੀ ਸੀ ਗੁਰਸਿੱਖਾਂ ਦੇ ਕੋਲੋਂ ਇਕੱਠੀ ਕਰਨੀ ਕੀਤੀ, ਕੁਛ ਮਾਇਆ ਆਪਣੇ ਕੋਲੋਂ ਲਈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਲਈ ਇਹਨੇ 5 ਘੋੜੇ ਜਿਹੜੇ ਸਨ ਉਹ ਖਰੀਦੇ, ਜਿਨ੍ਹਾਂ ਦੀ ਕੀਮਤ ਤਕਰੀਬਨ ਲੱਖ ਰੁਪਈਆ ਸੀ ਤੇ ਬੜੀਆਂ ਸੁੰਦਰ ਇਹਨਾਂ ਦੇ ਉੱਤੇ ਕਾਠੀਆਂ ਸਨ, ਜਿਨ੍ਹਾਂ ਦੀ ਚਾਂਦੀ ਤੇ ਸੋਨੇ ਦੇ ਵਿੱਚ ਜੜਤਕਾਰੀ ਕੀਤੀ ਸੀ। ਜਿਸ ਵੇਲੇ ਇਸਨੇ ਘੋੜੇ ਖਰੀਦੇ, ਉਹਨਾਂ ਦਿਨਾਂ ਦੇ ਵਿੱਚ ਗੁਰੂ ਦੇ ਸਿੱਖ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਲਈ ਚੱਲੇ। ਜਿਸ ਵੇਲੇ ਸਾਰਾ ਰਸਤਾ ਤੈਅ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਉਂਦੇ ਨੇ। ਸ਼ਾਮ ਦਾ ਵੇਲਾ ਸੀ। ਕਹਿੰਦੇ ਉਸ ਵੇਲੇ ਇਹਨਾਂ ਨੂੰ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਪ੍ਰਾਪਤ ਹੋਏ। ਅੰਮ੍ਰਿਤ ਵੇਲਾ ਹੋਇਆ। ਉਸ ਵੇਲੇ ਸਤਿਗੁਰੂ ਜੀ ਉੱਠੇ, ਸੋਚ ਇਸ਼ਨਾਨ ਕੀਤਾ, ਨਿਤ ਦੀ ਕਿਰਿਆ ਕੀਤੀ। ਜਦੋਂ ਸਤਿਗੁਰੂ ਜੀ ਦੀਵਾਨ ਸਜਾ ਕੇ ਬੈਠੇ, ਉਸ ਵੇਲੇ ਅਰਦਾਸੀਏ ਨੇ ਜਾ ਕੇ ਇਹਨਾਂ ਨੂੰ ਕਹਿਣਾ ਕੀਤਾ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤੇ ਕਰ ਸਕਦੇ। ਇਹ ਘੋੜੇ ਲੈ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਨੇ। ਹੋਰ ਵੀ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਗੁਰਸਿੱਖਾਂ ਨੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਨੇ। ਸਤਿਗੁਰੂ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਸਤਿਗੁਰੂ ਜੀ ਕਾਫੀ ਸਮੇਂ ਤੋਂ ਘੋੜੇ ਦੀ ਉਡੀਕ ਦੇ ਵਿੱਚ ਸਨ ਕਿ ਇਹੋ ਜਿਹਾ ਘੋੜਾ ਪ੍ਰਾਪਤ ਹੋਵੇ ਜਿਸ ਘੋੜੇ ਦੇ ਉੱਤੇ ਅਸੀਂ ਅਸਵਾਰੀ ਕਰ ਸਕੀਏ। ਭਾਈ ਬਿਧੀ ਚੰਦ ਦਾ ਘੋੜਾ ਵੀ ਜੰਗ ਦੇ ਵਿੱਚ ਮਾਰਿਆ ਗਿਆ ਸੀ। ਹੋਰ ਬਹੁਤ ਸਾਰੇ ਗੁਰਸਿੱਖਾਂ ਦੇ ਘੋੜੇ ਜੰਗ ਦੇ ਵਿੱਚ ਮਾਰੇ ਗਏ ਸਨ। ਤੇ ਜਦੋਂ ਭਾਈ ਸੁਭਾਗਾ ਘੋੜਾ ਲੈ ਕੇ ਆਇਆ ਤੇ ਸਤਿਗੁਰੂ ਜੀ ਨੇ ਇੱਕ ਘੋੜੇ ਦੀ ਆਪ ਸਵਾਰੀ ਕਰਕੇ ਵੇਖਣੀ ਕੀਤੀ। ਇੱਕ ਸਤਿਗੁਰੂ ਜੀ ਨੇ ਘੋੜਾ ਆਪ ਪਸੰਦ ਕੀਤਾ, ਉਹ ਸਤਿਗੁਰੂ ਜੀ ਨੇ ਆਪਣੇ ਲਈ ਰੱਖਿਆ। ਜਿਸ ਤਰ੍ਹਾਂ ਸਤਿਗੁਰੂ ਜੀ ਇੱਕ ਘੋੜਾ ਭਾਈ ਬਿਧੀ ਚੰਦ ਨੂੰ, ਇੱਕ ਬਾਬਾ ਗੁਰਦਿੱਤਾ ਜੀ ਦੇ ਕੋਲ, ਇੱਕ ਘੋੜਾ ਪੈਂਦੇ ਖਾਂ ਦੇ ਕੋਲ ਭੇਜਣਾ ਕਰਨਗੇ, ਇੱਕ ਘੋੜਾ ਖਾਸ ਤਬੇਲੇ ਦੇ ਵਿੱਚ ਬਣਵਾ ਦਿੰਦੇ ਨੇ। ਤੇ ਜਿਸ ਤਰ੍ਹਾਂ ਸਤਿਗੁਰੂ ਜੀ ਗੁਰਸਿੱਖਾਂ ਨੂੰ ਇਹ ਗੱਲ ਕਹਿਣਗੇ ਕਿ ਅਸੀਂ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਨਾ ਚਾਹੁੰਦੇ ਹਾਂ, ਤੇ ਜਿਵੇਂ ਭਾਈ ਗੋਪਾਲਾ ਪਾਠ ਸੁਣਾਉਣਾ ਕਰੇਗਾ, ਸੋ ਪਾਵਨ ਜਾਂ ਸਰਵਨ ਕਰਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦਿਆਂ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਾਬਿਦ ਬਿਕ ਸ੍ਰੀ ਹਰਗੋਬਿੰਦ, ਚੜ ਕਰ ਭਏ ਆਨੰਦ ਬਿਲੰਦ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਘੋੜੇ ਨੂੰ ਬੜੇ ਧਿਆਨ ਨਾਲ ਵੇਖਿਆ ਤੇ ਸਤਿਗੁਰੂ ਜੀ ਘੋੜੇ ਦੇ ਉੱਤੇ ਅਸਵਾਰ ਹੁੰਦੇ ਨੇ। ਘੋੜੇ ਨੂੰ ਚਲਾ ਕੇ, ਘੋੜੇ ਨੂੰ ਦੌੜਾ ਕੇ ਸਤਿਗੁਰੂ ਜੀ ਵੇਖਦੇ ਨੇ
ਤੇ ਬੜੇ ਸਤਿਗੁਰੂ ਜੀ ਖੁਸ਼ ਹੋਏ। ਸਤਿਗੁਰੂ ਜੀ ਨੂੰ ਇਹ ਘੋੜਾ ਪਸੰਦ ਆ ਜਾਂਦਾ ਹੈ। ਕਰ ਪਸੰਦ ਇਕ ਰਾਖਿਓ ਆਪ, ਜੇ ਅਰੂਢ ਪਾਪੀ ਨਰ ਖਾਪ। ਸਤਿਗੁਰੂ ਜੀ ਨੇ ਘੋੜਾ ਪਸੰਦ ਕਰਕੇ ਇੱਕ ਘੋੜਾ ਆਪਣੇ ਲਈ ਰੱਖਣਾ ਕੀਤਾ। ਜਿਸ ਘੋੜੇ ਦੇ ਉੱਤੇ ਚੜ੍ਹ ਕੇ ਸਤਿਗੁਰੂ ਜੀ ਪਾਪੀਆਂ ਦਾ, ਦੁਸ਼ਟਾਂ ਦਾ ਨਾਸ਼ ਕਰਨਾ ਚਾਹੁੰਦੇ ਨੇ, ਇੱਕ ਘੋੜਾ ਸਤਿਗੁਰੂ ਜੀ ਨੇ ਆਪਣੇ ਲਈ ਰੱਖਣਾ ਕੀਤਾ ਹੈ। ਅਪਰ ਪਿਖਿਓ ਸੁੰਦਰ ਬਲ ਪੀਨ, ਵਿਧੀ ਚੰਦ ਕੋ ਬਾਜੀ ਦੀਨ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਫਿਰ ਇੱਕ ਘੋੜਾ ਹੋਰ ਬੜਾ ਸੁੰਦਰ ਵੇਖਿਆ, ਤੇ ਜਿਹਦੇ ਵਿੱਚ ਬੜੀ ਤਾਕਤ ਸਤਿਗੁਰੂ ਜੀ ਨੇ ਵੇਖੀ। ਉਹ ਘੋੜਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਫਿਰ ਭਾਈ ਬਿਧੀ ਚੰਦ ਨੂੰ ਬਖਸ਼ਿਸ਼ ਕਰਦੇ ਨੇ। ਹੋਏ ਅਰੂਢ ਤਿਨ ਫੇਰ ਦਿਖਾਇਓ, ਮਨੋ ਪਾਨ ਕੋ ਪੂਤ ਸੁਹਾਇਓ। ਤੇ ਭਾਈ ਬਿਧੀ ਚੰਦ ਘੋੜੇ ਤੇ ਅਸਵਾਰ ਹੋਏ। ਘੋੜੇ ਨੂੰ ਦੌੜਾ ਕੇ ਵੇਖਣਾ ਕੀਤਾ। ਕਹਿੰਦੇ ਇੰਨੀ ਤੇਜ਼ੀ ਦੇ ਨਾਲ ਘੋੜਾ ਦੌੜਿਆ, ਕਹਿੰਦੇ ਜਿਵੇਂ ਹਵਾ ਨੂੰ ਪਿੱਛੇ ਛੱਡਦਾ ਹੋਵੇ। ਜਦੋਂ ਇੰਨੀ ਤੇਜ਼ੀ ਦੇ ਨਾਲ ਇਹ ਘੋੜਾ ਦੌੜਦਾ ਹੈ ਤੇ ਭਾਈ ਬਿਧੀ ਚੰਦ ਇਸ ਘੋੜੇ ਨੂੰ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ। ਲੈ ਕਰ ਪਇਓ ਆਨੰਦਤ ਭਾਈ, ਸ੍ਰੀ ਗੁਰ ਪਾਇਨ ਸੀਸ ਝੁਕਾਈ। ਤੇ ਭਾਈ ਬਿਧੀ ਚੰਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਘੋੜਾ ਪ੍ਰਾਪਤ ਕਰਕੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਭਾਈ ਬਿਧੀ ਚੰਦ ਨੇ ਫਿਰ ਨਮਸਕਾਰ ਕਰਨੀ ਕੀਤੀ। ਪੁਨ ਤ੍ਰਿਤੀਆ ਘੋੜਾ ਮੰਗਵਾਏ, ਉਪਰ ਸੁੰਦਰ ਜ਼ੀਨ ਸੁਹਾਏ। ਫਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤੀਜਾ ਘੋੜਾ ਮੰਗਾਇਆ, ਜਿਸ ਘੋੜੇ ਦੇ ਉੱਤੇ ਬੜੀ ਸੁੰਦਰ ਕਾਠੀ ਆਦਿਕ ਜਿਹੜੀ ਸੀ ਉਹ ਧਾਰਨ ਕੀਤੀ ਸੀ। ਤੇ ਜਦੋਂ ਤੀਜਾ ਘੋੜਾ ਲੈ ਕੇ ਗੁਰੂ ਦੇ ਸਿੱਖ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚਦੇ ਨੇ। ਸ੍ਰੀ ਗੁਰ ਦਿੱਤੇ ਹੇਤ ਪੁਚਾਇਓ, ਲੈ ਕਰ ਸੇਵਕ ਤਤ ਛਿਨ ਆਇਓ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇਹ ਤੀਜਾ ਘੋੜਾ ਭਾਈ ਗੁਰਦਿੱਤੇ ਦੇ ਲਈ ਭੇਜਣਾ ਕੀਤਾ। ਇੱਕ ਸੇਵਕ ਨੂੰ ਹੁਕਮ ਦਿੱਤਾ ਕਿ ਇਹ ਘੋੜਾ ਭਾਈ ਗੁਰਦਿੱਤੇ ਜੀ ਦੇ ਕੋਲ ਭੇਜਣਾ ਕਰੋ। ਗੋਇੰਦਵਾਲ ਪਹੁੰਚਿਓ ਜਾਏ, ਦੇ ਕਰ ਗੁਰ ਸੁਧ ਸਕਲ ਸੁਨਾਏ। ਤੇ ਜਿਹੜਾ ਸੇਵਕ ਸੀ ਨਾ, ਉਹ ਘੋੜਾ ਲੈ ਕੇ ਗੋਇੰਦਵਾਲ ਦੀ ਧਰਤੀ ਤੇ ਪਹੁੰਚਿਆ। ਬਾਬਾ ਗੁਰਦਿੱਤਾ ਜੀ ਨੂੰ ਇਹ ਘੋੜਾ ਦਿੱਤਾ ਤੇ ਸਤਿਗੁਰੂ ਜੀ ਦੇ ਬਾਰੇ ਉਸ ਵੇਲੇ ਇੱਥੇ ਸਤਿਗੁਰੂ ਜੀ ਦਾ ਪਰਿਵਾਰ ਸੀ, ਉਹਨਾਂ ਨੂੰ ਦੱਸਣਾ ਕੀਤਾ, ਉਹਨਾਂ ਨੂੰ ਖਬਰ ਦੇਣੀ ਕੀਤੀ। ਚੌਥੋ ਤੁਰੰਗ ਹਜ਼ੂਰ ਹਕਾਰਾ, ਜ਼ੀਨ ਬੈਭੂਖਨ ਜੁਕਤ ਸਿੰਗਾਰਾ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸ ਵੇਲੇ ਫਿਰ ਚੌਥਾ ਘੋੜਾ ਜਿਹੜਾ ਸੀ ਉਹ ਵੇਖਿਆ। ਇਸ ਘੋੜੇ ਦੇ ਉੱਤੇ ਵੀ ਕਾਠੀ ਆਦਿਕ ਪਾਈ ਗਈ। ਇਸ ਘੋੜੇ ਨੂੰ ਵੀ ਤਿਆਰ ਕੀਤਾ ਗਿਆ। ਪੈਂਦੇ ਖਾਨ ਸਮੀਪ ਪਠਾਇਓ, ਸੋ ਲੈ ਕਰ ਉਰ ਮੈਂ ਹਰ ਖਾਇਓ। ਤੇ ਇਹ ਜਿਹੜਾ ਚੌਥਾ ਘੋੜਾ ਸੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਰਤਾਰਪੁਰ ਨਗਰ ਦੇ ਵਿੱਚ ਪੈਂਦੇ ਖਾਂ ਦੇ ਕੋਲ ਪਹੁੰਚਾਉਣਾ ਕੀਤਾ। ਤੇ ਜਦੋਂ ਪੈਂਦੇ ਖਾਂ ਨੂੰ ਇਹ ਘੋੜਾ ਪ੍ਰਾਪਤ ਹੋਇਆ, ਇਹ ਘੋੜਾ ਪ੍ਰਾਪਤ ਕਰਕੇ ਪੈਂਦੇ ਖਾਂ ਬੜਾ ਖੁਸ਼ ਹੁੰਦਾ ਹੈ, ਬੜਾ ਪ੍ਰਸੰਨ ਹੁੰਦਾ ਹੈ। ਏਕ ਤੁਰੰਗ ਸ਼ੇਖ ਰਹਿ ਗਇਓ, ਖਾਸ ਤਬੇਲੇ ਮੈਂ ਰੱਖ ਲਿਓ। ਉਸ ਵੇਲੇ ਫਿਰ ਇੱਕ ਘੋੜਾ ਬਾਕੀ ਬਚਿਆ। ਚਾਰ ਘੋੜੇ ਸਤਿਗੁਰੂ ਜੀ ਨੇ ਇੱਕ ਆਪਣੇ ਕੋਲ ਰੱਖਿਆ, ਇੱਕ ਭਾਈ ਬਿਧੀ ਚੰਦ ਨੂੰ, ਇੱਕ ਬਾਬਾ ਗੁਰਦਿੱਤਾ ਜੀ ਦੇ ਕੋਲ ਤੇ ਇੱਕ ਪੈਂਦੇ ਖਾਂ ਦੇ ਕੋਲ ਭੇਜ ਦਿੱਤਾ। ਜਿਹੜਾ ਇੱਕ ਘੋੜਾ ਬਚਿਆ ਪੰਜਵਾਂ, ਉਹ ਘੋੜਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਖਾਸ ਤਬੇਲੇ ਦੇ ਵਿੱਚ ਭੇਜ ਦਿੰਦੇ ਨੇ। ਇੱਕ ਦਿਨ ਬੈਠ ਦੀਵਾਨ ਮਝਾਰਾ, ਸੁਭਟ ਸਿੱਖ ਤੈ ਸ਼ੁਭਤ ਹਜ਼ਾਰਾ। ਇੱਕ ਦਿਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀਵਾਨ ਦੇ ਵਿੱਚ ਬੈਠੇ ਨੇ ਤੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਪਿਆਰ ਵਾਲੇ ਸਿੱਖ ਜਿਹੜੇ ਨੇ ਉਹ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਨੇ। ਸਭਿਨ ਸੁਨਾਏ ਮੁਕੰਦ ਬਖਾਨੇ, ਕੋ ਸਿੱਖ ਸ਼ੁੱਧ ਪਠੈ ਗੁਰਬਾਨੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਭ ਨੂੰ ਸੁਣਾ ਕੇ ਤੇ ਉਸ ਵੇਲੇ ਇਸ ਤਰ੍ਹਾਂ ਦੇ ਬਚਨ ਕੀਤੇ।
ਸਤਿਗੁਰੂ ਜੀ ਕਹਿਣ ਲੱਗੇ ਕਿ ਗੁਰੂ ਦਾ ਸਿੱਖ ਕਿਹੜਾ ਗੁਰੂ ਦੀ ਬਾਣੀ ਸ਼ੁੱਧ ਪੜ੍ਹਦਾ ਹੈ, ਬੜੇ ਪਿਆਰ ਦੇ ਵਿੱਚ ਪੜ੍ਹਨਾ ਕਰਦਾ ਹੈ। ਜਥਾ ਜੋਗ ਮਾਤਰਾ ਅਰ ਬਰਣ ਪਠੈ ਸੰਭਾਰ ਸੁਨਾਵੈ ਕਰਣ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਕਿਹੜਾ ਗੁਰੂ ਦਾ ਸਿੱਖ ਅੱਖਰਾਂ ਨੂੰ ਸੰਭਾਲ ਕੇ ਬੜੇ ਪਿਆਰ ਦੇ ਵਿੱਚ ਆ ਕੇ ਲਗਾ ਮਾਤਰਾ ਨੂੰ ਧਿਆਨ ਦੇ ਵਿੱਚ ਰੱਖ ਕੇ ਬਾਣੀ ਨੂੰ ਬੜੇ ਧਿਆਨ ਦੇ ਨਾਲ ਸੁਣਦਾ ਹੈ ਤੇ ਬੜੇ ਧਿਆਨ ਦੇ ਨਾਲ ਬਾਣੀ ਦਾ ਉਚਾਰਨ ਕਰਦਾ ਹੈ। ਸੁਨ ਗਨ ਸਿੱਖ ਹਾਥ ਕੋ ਜੋਰ ਕਹੈ ਗੁਰੂ ਹਮ ਤੁਮਰੇ ਜੋਰ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਿੱਖ ਜਿਹੜੇ ਪਿਆਰ ਵਾਲੇ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਸਨ, ਇਹਨਾਂ ਨੇ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ ਜੀ ਅਸੀਂ ਤੇ ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਬਖਸ਼ਿਸ਼ ਦੇ ਨਾਲ ਇਸ ਤਰ੍ਹਾਂ ਗੁਰੂ ਦੀ ਬਾਣੀ ਨੂੰ ਪੜ੍ਹਨਾ ਕਰਦੇ ਹਾਂ। ਨਿਤ ਹੀ ਪਾਠ ਕਰੈ ਗੁਰਬਾਣੀ ਕੰਠ ਹਮਾਰੇ ਅਹੈ ਮਹਾਨੇ। ਤੇ ਸਤਿਗੁਰੂ ਜੀ ਨਿਤ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ ਤੇ ਬਾਣੀ ਅਸੀਂ ਯਾਦ ਕੀਤੀ ਏ, ਗੁਰਬਾਣੀ ਅਸੀਂ ਕੰਠ ਕੀਤੀ ਏ ਤੇ ਨਿਤ ਸਤਿਗੁਰੂ ਜੀ ਬੜੇ ਪਿਆਰ ਦੇ ਵਿੱਚ ਆ ਕੇ ਤੁਹਾਡੀ ਰਹਿਮਤ ਦੇ ਨਾਲ ਅਸੀਂ ਬਾਣੀ ਪੜ੍ਹਨਾ ਕਰਦੇ ਹਾਂ। ਛੇਮ ਹੇਤ ਹਮ ਨੇਮ ਸਮੇਤਾ ਰਟੈ ਪ੍ਰੇਮ ਤੇ ਕਟੈ ਕੁਹੇਤਾ। ਤੇ ਸਤਿਗੁਰੂ ਜੀ ਅਸੀਂ ਪਿਆਰ ਦੇ ਵਿੱਚ ਆ ਕੇ ਬਾਣੀ ਇਸ ਵਾਸਤੇ ਪੜ੍ਹਦੇ ਹਾਂ ਕਿ ਸਾਡੀ ਕਲਿਆਣ ਹੋ ਜਾਵੇ, ਅਸੀਂ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ। ਇਸ ਕਾਰਨ ਕਰਕੇ ਅਸੀਂ ਬਾਣੀ ਬੜੇ ਪ੍ਰੇਮ ਦੇ ਨਾਲ, ਬੜੇ ਪਿਆਰ ਦੇ ਨਾਲ ਪੜ੍ਹਦੇ ਹਾਂ ਤੇ ਗੁਰੂ ਦੀ ਬਾਣੀ ਦੇ ਉੱਤੇ ਸਾਨੂੰ ਵਿਸ਼ਵਾਸ ਹੈ, ਗੁਰੂ ਦੀ ਬਾਣੀ ਦੇ ਉੱਤੇ ਭਰੋਸਾ ਹੈ ਕਿ ਗੁਰੂ ਦੀ ਬਾਣੀ ਦੁੱਖਾਂ ਤੇ ਕਲੇਸ਼ਾਂ ਦਾ ਵੀ ਨਾਸ਼ ਕਰ ਦਿੰਦੀ ਹੈ। ਸੁਨ ਪੁਨ ਗੁਰੂ ਭਨਿਓ ਹੈ ਨੀਕੀ ਗੁਰਬਾਣੀ ਸੰਗ ਪ੍ਰੀਤੀ ਹੀ ਕੀ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਕਿ ਗੁਰੂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਜੀਵ ਦਾ ਮਨ ਕਰਕੇ ਪਿਆਰ ਹੋਣਾ ਚਾਹੀਦਾ ਹੈ, ਮਨ ਕਰਕੇ ਜੀਵ ਨੂੰ ਗੁਰੂ ਦੀ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਤੇ ਸੁਣਨਾ ਚਾਹੀਦਾ ਹੈ। ਤਾਉ ਸਿੱਖ ਜੋ ਹੋਏ ਬੁੱਧੀਵੰਤਾ ਕਰਤ ਪ੍ਰੇਮ ਲਖ ਸ਼ੁੱਧ ਪਠੰਤਾ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਫਿਰ ਵੀ ਜਿਹੜਾ ਗੁਰੂ ਦਾ ਸਿੱਖ ਬੁੱਧਵਾਨ ਹੈ, ਜਿਹੜਾ ਬੜੇ ਪਿਆਰ ਦੇ ਵਿੱਚ ਆ ਕੇ ਬੜੇ ਧਿਆਨ ਦੇ ਨਾਲ ਗੁਰੂ ਦੀ ਬਾਣੀ ਲਗਾ ਮਾਤਰਾ ਦੇ ਨਾਲ ਸ਼ੁੱਧ ਗੁਰਬਾਣੀ ਪੜ੍ਹਨਾ ਕਰਦਾ ਹੈ। ਸੋ ਅਬ ਸਨਮੁਖ ਥਿਰੈ ਹਮਾਰੇ ਜਪ ਜੀ ਪਾਠ ਕਰੈ ਨਿਰਤਾਰੇ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਉਸ ਵੇਲੇ ਜੋ ਗੁਰੂ ਦੇ ਪਿਆਰ ਵਾਲੇ ਸਿੱਖ ਬੈਠੇ ਸਨ ਤੇ ਕਹਿਣ ਲੱਗੇ ਕਿ ਜਿਹੜਾ ਗੁਰੂ ਦਾ ਸਿੱਖ ਸ੍ਰਿਸ਼ਟ ਬੁੱਧੀ ਵਾਲਾ ਉਹ ਸਾਡੇ ਸਾਹਮਣੇ ਆ ਕੇ ਬੈਠਣਾ ਕਰੇ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਉਚਾਰਨ ਕੀਤੀ ਬਾਣੀ ਜਪਜੀ ਸਾਹਿਬ ਦਾ ਪਾਠ ਸਾਨੂੰ ਪਿਆਰ ਦੇ ਵਿੱਚ ਆ ਕੇ ਸ਼ੁੱਧ ਲਗਾ ਮਾਤਰਾ ਦੇ ਸਹਿਤ ਇਹ ਬਾਣੀ ਜਿਹੜੀ ਉਚਾਰ ਕੇ ਸੁਣਾਉਣਾ ਕਰਨਾ ਕਰੇ। ਸ਼ੁੱਧ ਸੁਨਾਏ ਰਿਝਾਵੈ ਮੋਹੀ ਮਨ ਬਾਂਛਤ ਫਲ ਪ੍ਰਾਪਤ ਹੋਹੀ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਸ਼ੁੱਧ ਗੁਰਬਾਣੀ ਪੜ੍ਹੇਗਾ, ਜਿਹੜਾ ਸਾਨੂੰ ਪ੍ਰਸੰਨ ਕਰ ਦੇਵੇਗਾ ਬਾਣੀ ਪੜ੍ਹ ਕੇ, ਕਹਿੰਦੇ ਜੋ ਮੰਗੇਗਾ ਨਾ ਅਸੀਂ ਉਹਨੂੰ ਉਹ ਦੇਵਾਂਗੇ ਜੋ ਉਹਦੇ ਮਨ ਦੀ ਇੱਛਾ ਹੋਵੇਗੀ। ਸਤਿਗੁਰੂ ਜੀ ਕਹਿਣ ਲੱਗੇ ਕਿ ਉਹਦੇ ਮਨ ਦੀ ਇੱਛਾ ਅਸੀਂ ਪੂਰੀ ਕਰਨੀ ਕਰਾਂਗੇ। ਨਹ ਅਦੇ ਵਸਤੂ ਪੁਨ ਕੌਣ ਜਿਮ ਜਾਚੈ ਹਮ ਦਹਿ ਤੌਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰਸਿੱਖਾਂ ਦੇ ਨਾਲ ਬਚਨ ਕੀਤੇ। ਸਤਿਗੁਰੂ ਜੀ ਕਹਿਣ ਲੱਗੇ ਕਿ ਇਹੋ ਜੀ ਸੰਸਾਰ ਦੇ ਵਿੱਚ ਕਿਹੜੀ ਵਸਤੂ ਏ ਜਿਹੜਾ ਗੁਰੂ ਦਾ ਸਿੱਖ ਪਿਆਰ ਦੇ ਵਿੱਚ ਆ ਕੇ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣਾ ਕਰੇ ਤੇ ਅਸੀਂ ਉਹਨੂੰ ਵਸਤੂ ਨਾ ਦੇਣੀ ਕਰੀਏ। ਉਹ ਜਿਹੜੀ ਵੀ ਵਸਤੂ ਮੰਗੇਗਾ ਸਤਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਉਹਨੂੰ ਉਹ ਵਸਤੂ ਦੇਵਾਂਗੇ ਜਿਹੜਾ ਜਪਜੀ ਸਾਹਿਬ ਦਾ ਪਾਠ ਸ਼ੁੱਧ ਸੁਣਾ ਕੇ ਸਾਨੂੰ ਖੁਸ਼ ਕਰ ਦੇਵੇਗਾ, ਜਿਹੜਾ ਸਾਨੂੰ ਪ੍ਰਸੰਨ ਕਰਨਾ ਕਰੇਗਾ। ਇਸ ਵੇਦ ਪੁੰਜਬ ਸਤਿਗੁਰ ਕਯੋ ਸਭਨ ਵਿਚਾਰ ਗੁਰੂ ਰੁਖ ਲਿਓ। ਤੇ ਜਦੋਂ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੇ,
ਜਿਨੇ ਗੁਰੂ ਦੇ ਪਿਆਰ ਵਾਲੇ ਸਿੱਖ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਸਤਿਗੁਰੂ ਜੀ ਦੇ ਹਜ਼ੂਰ ਬੈਠੇ ਸਨ, ਉਹਨਾਂ ਨੇ ਉਸ ਵੇਲੇ ਵਿਚਾਰਿਆ ਕਿ ਕੌਣ ਹੁਣ ਗੁਰੂ ਦੀ ਬਾਣੀ ਸਤਿਗੁਰੂ ਜੀ ਨੂੰ ਸੁੱਧ ਸੁਣਾਉਣਾ ਕਰੇ। ਇੱਕ ਗੁਰਮੁਖ ਸਿੱਖ ਨਾਮ ਗੋਪਾਲਾ, ਹਾਥ ਜੋੜ ਕੇ ਸੁਨੋ ਕਿਰਪਾਲਾ। ਕਹਿੰਦੇ ਇੱਕ ਗੁਰੂ ਦਾ ਗੁਰਮੁਖ ਸਿੱਖ ਸੀ ਜਿਹਦਾ ਨਾਮ ਸੀ ਭਾਈ ਗੋਪਾਲਾ। ਹੱਥ ਜੋੜੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਨਮੁਖ ਆ ਕੇ ਖਲੋ ਜਾਂਦਾ ਹੈ ਤੇ ਸਤਿਗੁਰੂ ਜੀ ਦੇ ਸਨਮੁਖ ਖਲੋ ਕੇ ਇਹ ਭਾਈ ਗੋਪਾਲਾ ਜਿਹੜਾ ਗੁਰੂ ਦੇ ਪਿਆਰ ਵਾਲਾ ਸਿੱਖ ਸੀ ਨਾ, ਕਹਿੰਦੇ ਇਸ ਤਰ੍ਹਾਂ ਦੀ ਬੇਨਤੀ, ਇਸ ਤਰ੍ਹਾਂ ਦੀ ਅਰਦਾਸ ਇਹਨੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਕਰਨੀ ਕੀਤੀ। ਜੋ ਸੇਵਕ ਪ੍ਰਤ ਆਇਸ ਕਰੀਐ, ਆਪਨ ਕਿਰਪਾ ਬਲ ਮੋਹ ਪਰ ਧਰੀਐ। ਤੇ ਸਤਿਗੁਰੂ ਜੀ ਕਹਿਣ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭਾਈ ਗੋਪਾਲਾ ਬੇਨਤੀ ਕਰਦਾ ਹੈ, ਸਤਿਗੁਰੂ ਜੀ ਮੈਂ ਤੁਹਾਡਾ ਸੇਵਕ ਹਾਂ, ਤੁਹਾਡਾ ਸਿੱਖ ਹਾਂ, ਤੇ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰਨੀ ਕਰੋ, ਮੇਰੇ ਤੇ ਬਖਸ਼ਿਸ਼ ਕਰਨੀ ਕਰੋ, ਮੇਰੇ ਤੇ ਸਿਰ ਦੇ ਉੱਤੇ ਰਹਿਮਤ ਦਾ ਬਖਸ਼ਿਸ਼ ਦਾ ਹੱਥ ਰੱਖੋ ਤੇ ਸਤਿਗੁਰੂ ਜੀ ਮੈਂ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਕਰਦਾ। ਕਰੋ ਸੁਨਾਵਨ ਮੈਂ ਥਿਰ ਹੋਏ, ਸ਼ੁੱਧ ਪਾਠ ਜਿਮ ਜਪ ਕੋ ਜੋਏ। ਤੇ ਸਤਿਗੁਰੂ ਜੀ ਜੇ ਤੁਹਾਡੀ ਬਖਸ਼ਿਸ਼ ਹੋ ਜਾਵੇ ਨਾ ਤੇ ਫਿਰ ਮੈਂ ਸਤਿਗੁਰੂ ਜੀ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਸੁੱਧ ਸੁਣਾ ਸਕਦਾ ਤੁਹਾਡੇ ਸਨਮੁਖ ਬੈਠ ਕੇ, ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਸਤਿਗੁਰੂ ਜੀ ਤੁਸੀਂ ਕਿਰਪਾ ਕਰਨੀ ਕਰੋ ਤੇ ਮੈਂ ਤੁਹਾਨੂੰ ਪਾਠ ਸੁਣਾਉਣਾ ਕਰਦਾ। ਸੁਨਤ ਗਰੀਬ ਨਿਵਾਜ ਬਖਾਨਾ, ਆਛੀ ਬਾਤ ਥਿਰੋ ਇਸ ਥਾਨਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੋ ਦੀਨਾਂ ਦੇ ਉੱਤੇ ਗਰੀਬਾਂ ਦੇ ਉੱਤੇ ਬਖਸ਼ਿਸ਼ਾਂ ਕਰਨ ਵਾਲੇ ਨੇ, ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਕਿ ਚੰਗੀ ਗੱਲ ਏ, ਤੂੰ ਸਾਨੂੰ ਗੁਰਬਾਣੀ ਦਾ ਪਾਠ ਸਾਡੇ ਸਨਮੁਖ ਬੈਠ ਕੇ ਸੁਣਾਉਣਾ ਕਰ। ਨਿਜ ਸਨਮੁਖ ਆਸਨ ਰਸਵਾਵਾ, ਕਰ ਆਇਸ ਤਿਸ ਪਰ ਬੈਠਾਵਾ। ਜਿੱਥੇ ਸਤਿਗੁਰੂ ਜੀ ਤਖਤ ਤੇ ਬੈਠੇ ਸਨ, ਸਤਿਗੁਰੂ ਜੀ ਨੇ ਆਪਣੇ ਸਾਹਮਣੇ ਇਹਦਾ ਆਸਨ ਲਵਾਉਣਾ ਕੀਤਾ ਤੇ ਆਪਣੇ ਸਾਹਮਣੇ ਆਸਨ ਲਵਾ ਕੇ ਤੇ ਭਾਈ ਗੋਪਾਲੇ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬੜੇ ਸਤਿਕਾਰ ਦੇ ਨਾਲ ਉਸ ਆਸਨ ਦੇ ਉੱਤੇ ਬਿਠਾਉਣਾ ਕੀਤਾ। ਕਰੋ ਸੁਨਾਵਨ ਸ਼ੁੱਧ ਜਪ ਮੋਹੀ, ਜਾਚੈ ਕਹੈ ਜੋ ਦੇਵੋ ਤੋਹੀ। ਸਤਿਗੁਰੂ ਜੀ ਕਹਿਣ ਲੱਗੇ ਭਾਈ ਗੋਪਾਲਿਆ, ਹੁਣ ਤੂੰ ਸਾਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਉਣਾ ਕਰ, ਜੋ ਮੰਗੇਗਾ ਤੇ ਅਸੀਂ ਉਹ ਤੈਨੂੰ ਦੇਵਾਂਗੇ, ਜੋ ਤੇਰੇ ਮਨ ਦੀ ਇੱਛਾ ਹੈ ਅਸੀਂ ਜ਼ਰੂਰ ਪੂਰੀ ਕਰਨੀ ਕਰਾਂਗੇ। ਬੈਠਿਓ ਸਨਮੁਖ ਲੱਗਿਓ ਉਚਾਰਨ, ਸਿਮਰਿਓ ਸ਼੍ਰੀ ਨਾਨਕ ਸੁਖ ਕਾਰਨ। ਤੇ ਭਾਈ ਗੋਪਾਲਾ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਨਮੁਖ ਬੈਠ ਗਏ ਤੇ ਸਤਿਗੁਰੂ ਜੀ ਦੇ ਸਨਮੁਖ ਬੈਠ ਕੇ ਜਿਸ ਵੇਲੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਉਚਾਰਨ ਸ਼ੁਰੂ ਕਰਨਾ ਕੀਤਾ, ਸਭ ਤੋਂ ਪਹਿਲਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਫਿਰ ਭਾਈ ਗੋਪਾਲਾ ਜੀ ਇਸ ਤਰ੍ਹਾਂ ਗੁਰਬਾਣੀ ਦਾ ਉਚਾਰਨ ਕਰਦੇ ਨੇ। ਪੂਰਬ ਕੈ ਇਕ ਓੰਕਾਰਾ, ਸਤਨਾਮ ਕੋ ਬਾਹਰ ਉਚਾਰਾ। ਸਭ ਤੋਂ ਪਹਿਲਾਂ ਇੱਕ ਓੰਕਾਰ ਉਚਾਰਨ ਕੀਤਾ, ਫਿਰ ਸਤਨਾਮ ਦਾ ਉਚਾਰਨ ਕੀਤਾ ਭਾਈ ਗੋਪਾਲੇ ਨੇ। ਸ਼੍ਰੀ ਹਰਗੋਬਿੰਦ ਸੁਨ ਕਰ ਜੋਰ, ਨਮਸਕਾਰ ਕੀਨੀ ਸਿਖਿਓਰ। ਤੇ ਜਿਸ ਵੇਲੇ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਪ੍ਰਾਰੰਭ ਕਰਦੇ ਨੇ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦੋਨੇ ਹੱਥ ਜੋੜੇ ਤੇ ਸਿੱਖ ਵੱਲ ਨੂੰ ਵੇਖ ਕੇ ਦੋਨੋਂ ਹੱਥ ਜੋੜ ਕੇ ਤੇ ਉਸ ਵੇਲੇ ਨਮਸਕਾਰ ਕਰਨੀ ਕੀਤੀ। ਪਠਿਓ ਮੰਗਲਾ ਚਰਨ ਬਹੋਰੀ, ਵਰਨਨ ਕੀਨਸ ਜੋ ਖਟ ਪੌਰੀ। ਤੇ ਉਸ ਤੋਂ ਬਾਅਦ ਮੰਗਲਾ ਚਰਨ ਜਿਹੜਾ ਸੀ ਉਚਾਰਨ ਕੀਤਾ ਤੇ ਭਾਈ ਗੋਪਾਲੇ ਨੇ ਪਹਿਲੀਆਂ 6 ਪੌੜੀਆਂ ਜਿਹੜੀਆਂ ਸਨ ਉਹ ਉਚਾਰਨ ਕਰਨੀਆਂ ਕੀਤੀਆਂ। ਜੇ ਜੁਗ ਚਾਰੇ ਜੁਤ ਅਨੁਰਾਗ, ਪਠੀ ਕਹਿਓ ਜਿਸ ਮੈਂ ਬੈਰਾਗ। ਤੇ 7ਵੀਂ ਪੌੜੀ ਜੇ ਜੁਗ ਚਾਰੇ ਵਾਲੀ ਉਸ ਵੇਲੇ ਭਾਈ ਗੋਪਾਲੇ ਨੇ ਉਚਾਰਨ ਕੀਤੀ, ਜਿਹਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਇਹ ਗੱਲ ਸਮਝਾਈ ਹੈ, ਜਿਹਨੂੰ ਪੜ੍ਹ ਕੇ ਮਨ ਦੇ ਵਿੱਚ ਵੈਰਾਗ ਪੈਦਾ ਹੋ ਜਾਂਦਾ ਹੈ ਕਿ ਜਿੰਨੀ ਮਰਜ਼ੀ ਕਿਸੇ ਦੀ ਉਮਰ ਵੱਧ ਜਾਵੇ, ਜਿੰਨੀ ਮਰਜ਼ੀ ਕੋਈ ਲੰਮੀ ਉਮਰ ਕਰ ਲੈਂਦਾ ਹੈ,
ਪਰ ਕਹਿੰਦੇ ਜੇ ਉਸ ਮਾਲਕ ਦੀ ਨਜ਼ਰ ਤੋਂ ਖਾਲੀ ਰਹਿ ਜਾਂਦਾ ਹੈ ਤੇ ਉਹ ਕੀੜਿਆਂ ਦਾ, ਗੰਦਗੀ ਦੇ ਕੀੜੇ ਤੋਂ ਵੀ ਬੁਰਾ ਹੈ ਜੇ ਕਿਤੇ ਉਸ ਮਾਲਕ ਦੀ ਨਜ਼ਰ ਨਹੀਂ ਪ੍ਰਾਪਤ ਕਰਦਾ, ਜਿਹਦੇ ਵਿੱਚ ਬੈਰਾਗ ਦੀ ਗੱਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕੀਤੀ ਹੈ। ਬਾਹਰ ਚਤੁਰਪਟ ਸ਼ਰਵਣ ਮਹਾਤਮ, ਕਰਬੇ ਸ਼ਰਵਣ ਬ੍ਰਹਮਨੰਦਾਤਮ। ਤੇ ਫਿਰ ਸਤਿਗੁਰੂ ਜੀ ਨੇ 4 ਪੌੜੀਆਂ ਸੁਣਨ ਵਾਲੀਆਂ ਉਚਾਰਨ ਕੀਤੀਆਂ। ਭਾਈ ਗੋਪਾਲੇ ਨੇ ਉਹ ਪੌੜੀਆਂ ਉਚਾਰਨ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀਆਂ ਇਹ ਜਿਹੜੀਆਂ ਉਚਾਰਨ ਕੀਤੀਆਂ ਸਨ, ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸੁਣਾਈਆਂ। ਤੇ ਇਹ ਜਿਹੜੀਆਂ 4 ਪੌੜੀਆਂ ਸੁਣਨ ਵਾਲੀਆਂ, ਇਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਦੱਸਿਆ ਕਿ ਜਿਹੜਾ ਗੁਰੂ ਦੀ ਬਾਣੀ ਨੂੰ ਪਿਆਰ ਦੇ ਵਿੱਚ ਆ ਕੇ ਸੁਣਦਾ ਹੈ ਤੇ ਉਹਨੂੰ ਬ੍ਰਹਮ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ, ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਇਹ 4 ਪੌੜੀਆਂ ਉਚਾਰਨ ਕੀਤੀਆਂ। ਬਾਹਰ ਮਨਨ ਕੀ ਪਵਰੀ ਚਾਰ, ਕਰੀ ਸੁਨਾਵਨ ਸ਼ੁੱਧ ਉਚਾਰ। ਉਸ ਤੋਂ ਬਾਅਦ 4 ਪੌੜੀਆਂ ਜਿਹੜੀਆਂ ਮੰਨਣ ਵਾਲੀਆਂ ਨੇ, ਉਹ ਭਾਈ ਗੋਪਾਲੇ ਨੇ ਸ਼ੁੱਧ ਪੌੜੀਆਂ ਇਹ 4 ਦਾ ਪਾਠ ਜਿਹੜਾ ਸੀ ਸਤਿਗੁਰੂ ਜੀ ਨੂੰ ਉਚਾਰਨ ਕਰਕੇ ਸੁਣਾਉਣਾ ਕੀਤਾ। ਉਹਨੇ ਪਠਤ ਭਾ ਪੰਜ ਪਰਵਾਨ, ਨਿਧਿਆਸਨ ਜੈ ਕੀਨ ਬਖਾਨ। ਤੇ ਸਤਿਗੁਰੂ ਜੀ ਦੀ ਉਚਾਰਨ ਕੀਤੀ ਬਾਣੀ ਜਿਹੜੀ ਸੀ ਪੰਜ ਪਰਵਾਨ, ਪੰਜ ਪ੍ਰਧਾਨ ਵਾਲੀ ਇਹ ਜਿਹੜੀ ਪੌੜੀ, ਜਿਹਦੇ ਵਿੱਚ ਨਿਧਿਆਸਨ ਦੀ ਗੱਲ ਸਤਿਗੁਰੂ ਜੀ ਨੇ ਕੀਤੀ। ਫਿਰ ਇਹ ਭਾਈ ਗੋਪਾਲਾ ਜੀ ਇਹ ਪੌੜੀ ਉਚਾਰਨ ਕਰਦੇ ਨੇ। ਤੂੰ ਸਦਾ ਸਲਾਮਤ ਨਿਰੰਕਾਰ, ਸਾਖਿਆਤਕਾਰ ਪਰ ਤੁਕੇ 4। ਤੇ 4 ਜਿਹੜੀਆਂ ਇਹ ਤੁਕਾਂ ਸਨ, ਤੂੰ ਸਦਾ ਸਲਾਮਤ ਨਿਰੰਕਾਰ ਵਾਲੀਆਂ, ਜਿਹਦੇ ਵਿੱਚ ਸਾਖਿਆਤ ਦੀ ਗੱਲ ਸਤਿਗੁਰੂ ਜੀ ਨੇ ਕੀਤੀ, ਉਹ ਉਚਾਰਨ ਕੀਤੀਆਂ ਭਾਈ ਗੋਪਾਲੇ ਨੇ। ਪਠੀ ਅਸੰਖਨ ਪਵਰੀ ਫੇਰ, ਸ਼ਕਤ ਸ਼ਾਂਤ ਕੀ ਪ੍ਰਥਮ ਸੁਹੇਰ। ਤੇ ਫਿਰ ਕਹਿੰਦੇ 4 ਪੌੜੀਆਂ ਜਿਹੜੀਆਂ ਅਸੰਖ ਵਾਲੀਆਂ ਪੌੜੀਆਂ ਸਨ, ਇਹ ਉਚਾਰਨ ਕੀਤੀਆਂ, ਜਿਨ੍ਹਾਂ ਦੇ ਵਿੱਚ ਸਾਤਕੀ ਗੱਲ ਦੱਸੀ, ਜਿਨ੍ਹਾਂ ਦੇ ਵਿੱਚ ਰਾਜਸੀ, ਰਾਜਗੁਣ, ਤਮਗੁਣ ਤੇ ਸਤਗੁਣ ਦੀ ਗੱਲ ਦੱਸਣੀ ਕੀਤੀ। ਇਹ ਪੌੜੀਆਂ ਜਿਹੜੀਆਂ ਅਸੰਖ ਵਾਲੀਆਂ ਸਨ, ਇਹ ਉਚਾਰਨ ਕਰਕੇ ਸੁਣਾਉਣੀਆਂ ਕੀਤੀਆਂ। ਬਾਹਰ ਤਾਮਸੀ ਸ਼ਕਤ ਬਖਾਨੀ, ਜਿਨ ਕੋ ਅੰਤ ਨ ਕਿਨਹੁ ਜਾਨੀ। ਤੇ ਕਹਿੰਦੇ ਫਿਰ ਤਾਮਸੀ ਦੀ ਗੱਲ ਦੱਸਣੀ ਕੀਤੀ। ਫਿਰ ਇਹ ਗੱਲ ਦੱਸੀ ਕਿ ਜੋ ਮਾਲਕ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਨਾ ਕਿਸੇ ਨੇ ਅੰਤ ਪਾਇਆ ਤੇ ਨਾ ਕੋਈ ਉਹਦਾ ਅੰਤ ਪਾ ਸਕਦਾ ਹੈ। 4 ਪ੍ਰਕਾਰਨ ਬ੍ਰਹਮ ਜੋ ਗਿਆਨ, ਸਕਲ ਸੁਨਾਵਨ ਕੀਨ ਬਖਾਨ। ਤੇ 4 ਪ੍ਰਕਾਰ ਦਾ ਜੋ ਬ੍ਰਹਮ ਗਿਆਨ ਹੈ ਉਹ ਉਸ ਵੇਲੇ ਫਿਰ ਉਚਾਰਨ ਕਰਕੇ ਸੁਣਾਉਣਾ ਕੀਤਾ। ਭਾਈ ਗੋਪਾਲਾ ਜੀ ਬੜੇ ਪਿਆਰ ਦੇ ਵਿੱਚ ਆ ਕੇ ਇੱਕ ਮਨ ਇਕਾਗਰ ਚਿੱਤ ਹੋ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਨਮੁਖ ਬੈਠ ਕੇ ਤੇ ਸਤਿਗੁਰੂ ਜੀ ਨੂੰ ਇਸ ਤਰੀਕੇ ਦੇ ਨਾਲ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਕਰਦੇ ਨੇ। ਪੁਨ ਬੇਅੰਤਤਾ ਕਹੀ ਬ੍ਰਹਮ ਕੀ, ਜੀਵ ਈਸ਼ਿਕਤਾ ਕਰ ਸਮ ਕੀ। ਤੇ ਫਿਰ ਪਰਮੇਸ਼ਰ ਦੀ ਬੇਅੰਤਤਾ ਦੀ ਗੱਲ ਦੱਸਣੀ ਕੀਤੀ ਕਿ ਪਰਮੇਸ਼ਰ ਬੇਅੰਤ ਹੈ। ਫਿਰ ਇਹ ਵੀ ਦੱਸਿਆ ਕਿ ਪਰਮੇਸ਼ਰ ਦੇ ਵਿੱਚ ਜੀਵ ਇਕਤਾ ਹਾਸਲ ਕਰ ਸਕਦਾ ਹੈ, ਉਹਦੇ ਵਿੱਚ ਲੈਅ ਹੋ ਸਕਦਾ ਹੈ, ਉਹਦੇ ਨਾਮ ਦੀ ਕਮਾਈ ਕਰਕੇ ਉਹਦੇ ਨਾਲ ਜੁੜ ਕੇ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੇ ਵਿੱਚ ਸਮਾ ਸਕਦਾ ਹੈ। ਸਨੈ ਸਨੈ ਸਭ ਕੀਨ ਸੰਭਾਰ, ਮਾਤਰਾ ਬਰਨ ਭਲੇ ਨਿਰਧਾਰ। ਹੌਲੀ ਹੌਲੀ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਸਾਰਾ ਤਕਰੀਬਨ ਪਾਠ ਜਿਹੜਾ ਸੀ ਨਾ, ਲਗਾ ਮਾਤਰਾ ਨੂੰ ਸੰਭਾਲ ਕੇ ਬੜੇ ਪਿਆਰ ਦੇ ਵਿੱਚ ਆ ਕੇ ਜਿਸ ਵੇਲੇ ਉਚਾਰਨ ਕੀਤਾ। ਸੁਨ ਸਤਿਗੁਰ ਤਬ ਹਿਰਦੇ ਵਿਚਾਰੀ, ਜਪ ਕੇ ਸਮ ਕਿਆ ਵਸਤ ਉਦਾਰੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬੜੇ ਪਿਆਰ ਦੇ ਵਿੱਚ ਆ ਕੇ ਭਾਈ ਗੋਪਾਲੇ ਦੇ ਸਾਹਮਣੇ ਬੈਠ ਕੇ ਜਪਜੀ ਸਾਹਿਬ ਦਾ ਪਾਠ ਸੁਣਦੇ ਨੇ। ਤੇ ਬੜਾ ਸੁਣਿਆ ਕਿ ਭਾਈ ਗੋਪਾਲੇ ਨੇ ਬੜੇ ਪਿਆਰ ਦੇ ਵਿੱਚ ਆ ਕੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਸੁਣਾਇਆ। ਤੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਉਚਾਰਨ ਕੀਤੀ ਇਹ ਬਾਣੀ ਜੋ ਜਪਜੀ ਸਾਹਿਬ ਹੈ, ਇਹਦੇ ਤੁਲ, ਇਹਦੇ ਬਰਾਬਰ ਕੀ ਹੋ ਸਕਦਾ ਹੈ ਕਿ ਇਹਨੂੰ ਭਾਈ ਗੋਪਾਲੇ ਨੂੰ ਦੇਣਾ ਕਰੀਏ, ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਵਿਚਾਰਦੇ ਨੇ। ਜੋ ਇਸਕੋ ਅਬ ਦੇਬੋ ਕਰੈ, ਕੋਏ ਨ ਸਮਤਾ ਕਿਉ ਹੂੰ ਧਰੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਵਿਚਾਰਦੇ ਨੇ
ਕਿ ਸਾਨੂੰ ਨਹੀਂ ਲੱਗਦਾ ਕੋਈ ਜਪਜੀ ਸਾਹਿਬ ਦੀ ਬਰਾਬਰੀ ਕਰ ਸਕੇ ਜਿਹੜਾ ਕੁਛ ਇਹਨੂੰ ਦੇਣਾ ਕਰੀਏ। ਕੋਈ ਸਾਡੀ ਸਮਝ ਦੇ ਵਿੱਚ ਨਹੀਂ ਪੈਂਦਾ ਕਿ ਜਪਜੀ ਸਾਹਿਬ ਦੇ ਤੁਲ ਕੀ ਹੋ ਸਕਦਾ ਹੈ। ਬੜੇ ਪਿਆਰ ਦੇ ਵਿੱਚ ਆ ਕੇ ਜਪਜੀ ਸਾਹਿਬ ਦਾ ਪਾਠ ਇਹਨੇ ਉਚਾਰਨ ਕੀਤਾ ਹੈ, ਸ਼ੁੱਧ ਉਚਾਰਨ ਕੀਤਾ ਹੈ, ਲਗਾ ਮਾਤਰਾ ਦਾ ਬੜਾ ਧਿਆਨ ਰੱਖਿਆ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਇਸ ਤਰ੍ਹਾਂ ਵਿਚਾਰਨਾ ਕੀਤਾ, ਜੋ ਸਗਰੇ ਜਗ ਕੀ ਗੁਰਿਆਈ ਇਹ ਦਹ ਨਿਸ਼ਚੈ ਠਹਿਰਾਈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਉਸ ਵੇਲੇ ਇਹ ਵਿਚਾਰਨਾ ਕੀਤਾ ਕਿ ਜਪਜੀ ਸਾਹਿਬ ਦਾ ਪਾਠ ਬੜੇ ਪਿਆਰ ਦੇ ਵਿੱਚ ਆ ਕੇ ਭਾਈ ਗੋਪਾਲੇ ਨੇ ਸੁਣਾਇਆ ਤੇ ਸਾਡਾ ਚਿੱਤ ਕਰਦਾ ਹੈ ਕਿ ਜਗਤ ਦੀ ਗੁਰਿਆਈ ਦਾ ਇਹਨੂੰ ਮਾਲਕ ਬਣਾ ਦਈਏ, ਗੁਰਤਾ ਗੱਦੀ ਦਾ ਇਹਨੂੰ ਮਾਲਕ ਬਣਾ ਦਈਏ। ਇਹਨੇ ਬੜੇ ਪਿਆਰ ਦੇ ਵਿੱਚ ਆ ਕੇ ਗੁਰਬਾਣੀ ਉਚਾਰਨ ਕਰਕੇ ਸੁਣਾਉਣੀ ਕੀਤੀ ਹੈ। ਨਾਨਕ ਨਦਰੀ ਨਦਰ ਨਿਹਾਲ ਇਹ ਤੁਕ ਪਠੀ ਪ੍ਰੀਤ ਕੇ ਨਾਲ। ਤੇ ਜਿਸ ਵੇਲੇ ਭਾਈ ਗੋਪਾਲਾ ਜੀ ਨੇ ਨਾਨਕ ਨਦਰੀ ਨਦਰ ਨਿਹਾਲ ਵਾਲੀ ਜਿਹੜੀ ਤੁਕ ਸੀ ਇਹ ਬੜੇ ਪਿਆਰ ਦੇ ਵਿੱਚ ਆ ਕੇ ਪੜ੍ਹਨੀ ਕੀਤੀ। ਤਬ ਸਤਿਗੁਰ ਮਨ ਮੋਦ ਉਪਾਇਓ ਜਾਨੂ ਉਠ ਬੇਹੇਤ ਉਠਾਇਓ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਭਾਈ ਗੋਪਾਲੇ ਤੋਂ ਜਪਜੀ ਸਾਹਿਬ ਦਾ ਪਾਠ ਸੁਣ ਕੇ। ਤੇ ਸਤਿਗੁਰੂ ਜੀ ਨੇ ਉੱਠਣ ਵਾਸਤੇ ਆਪਣਾ ਗੋਡਾ ਜਿਹੜਾ ਸੀ ਉਹ ਉਠਾਣਾ ਕੀਤਾ। ਤਿਲਕ ਦੇਨ ਕੋ ਚਾਹੋ ਹਿਰਦੈ ਸਿੱਖਨੇ ਕਰਿਓ ਮਨੋਰਥ ਤਬੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵਿਚਾਰਿਆ ਕਿ ਅੱਜ ਹੀ ਇਹਨੂੰ ਗੁਰਤਾ ਗੱਦੀ ਦਾ ਤਿਲਕ ਦੇ ਦਿੰਦੇ ਆ, ਗੁਰਤਾ ਗੱਦੀ ਦਾ ਮਾਲਕ ਬਣਾ ਦਿੰਦੇ ਆ। ਜਦੋਂ ਇਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਵਿਚਾਰਦੇ ਨੇ, ਕਹਿੰਦੇ ਉਸੇ ਵੇਲੇ ਸਿੱਖ ਨੇ ਮਨ ਦੇ ਵਿੱਚ ਮਨੋਰਥ ਜਿਹੜਾ ਸੀ ਉਠਾਣਾ ਕੀਤਾ। ਸਿੱਖ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਸੋਚਣੀ ਕੀਤੀ, ਰਹਿਓ ਪੰਚਮੋ ਹੈ ਬੜ ਮੋਲ ਸੋ ਮੈਂ ਲਿਓ ਗੁਰੂ ਤੇ ਬੋਲ। ਤੇ ਭਾਈ ਗੋਪਾਲਾ ਜੀ ਵਿਚਾਰਦੇ ਨੇ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਭਾਈ ਸੁਭਾਗਾ 5 ਘੋੜੇ ਲੈ ਕੇ ਆਇਆ ਸੀ। ਸਤਿਗੁਰੂ ਜੀ ਨੇ 4 ਘੋੜੇ ਜਿਹੜੇ ਨੇ ਉਹ ਵੰਡ ਦਿੱਤੇ ਨੇ। ਇੱਕ ਘੋੜਾ ਆਪਣੇ ਕੋਲ ਰੱਖਿਆ ਹੈ ਤੇ 3 ਘੋੜੇ ਇੱਕ ਭਾਈ ਵਿਧੀ ਚੰਦ ਨੂੰ, ਇੱਕ ਬਾਬਾ ਗੁਰਦਿੱਤਾ ਜੀ ਨੂੰ, ਇੱਕ ਭਾਈ ਪੈਂਦੇ ਖਾਂ ਨੂੰ ਦੇ ਦਿੱਤਾ ਹੈ। ਤੇ ਉਸ ਵੇਲੇ ਇਹ ਭਾਈ ਗੋਪਾਲਾ ਜੀ ਵਿਚਾਰਦੇ ਨੇ ਕਿ ਮੈਂ ਬੋਲ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਇਹ ਜਿਹੜਾ 5ਵਾਂ ਘੋੜਾ ਤਬੇਲੇ ਦੇ ਵਿੱਚ ਬੰਨਿਆ ਇਹ ਮੈਂ ਸਤਿਗੁਰੂ ਜੀ ਦੇ ਕੋਲੋਂ ਮੰਗਣਾ ਕਰਾਂਗਾ। ਜ਼ੀਨ ਸਮੇਤ ਪਾਏ ਕਰ ਸੋ ਛੱਡੋ ਤਿਸੀ ਪਰ ਮਨ ਮੁਦ ਹੋ। ਤੇ ਫਿਰ ਉਸ ਵੇਲੇ ਇਸ ਨੇ ਇਹ ਵਿਚਾਰਨਾ ਕੀਤਾ ਕਿ ਘੋੜਾ ਜਿਹੜਾ ਨਾ ਜੀਨ ਦੇ ਸਮੇਤ, ਕਾਠੀ ਦੇ ਸਮੇਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਮੰਗਾਂਗਾ ਤੇ ਘੋੜੇ ਦੇ ਉੱਤੇ ਚੜ੍ਹ ਕੇ ਤੇ ਮੈਂ ਬੜਾ ਖੁਸ਼ ਹੋਵਾਂਗਾ, ਮੈਨੂੰ ਬੜਾ ਆਨੰਦ ਪ੍ਰਾਪਤ ਹੋਵੇਗਾ ਜਦੋਂ ਮੈਂ ਉਸ ਘੋੜੇ ਦੇ ਉੱਤੇ ਅਸਵਾਰ ਹੋਣਾ ਕਰਾਂਗਾ। ਅਸਵ ਪਰ ਹੋਵਨ ਅਸਵਾਰ ਪਾਏ ਪ੍ਰਿਥੀ ਪਰ ਸੁਰਗ ਬਹਾਰ। ਤੇ ਭਾਈ ਗੋਪਾਲਾ ਜੀ ਵਿਚਾਰਦੇ ਨੇ ਕਿ ਇਹੋ ਜੇ ਘੋੜੇ ਦੇ ਉੱਤੇ ਅਸਵਾਰ ਹੋਣਾ ਇਸ ਤਰ੍ਹਾਂ ਕਿ ਜਿਵੇਂ ਧਰਤੀ ਦੇ ਉੱਤੇ ਸਵਰਗ ਪ੍ਰਾਪਤ ਹੋ ਜਾਵੇ, ਕਹਿੰਦੇ ਇਹੋ ਜਿਹਾ ਆਨੰਦ ਪ੍ਰਾਪਤ ਹੁੰਦਾ ਹੈ। ਮੈਂ ਸਤਿਗੁਰੂ ਜੀ ਦੇ ਕੋਲੋਂ ਇਹ ਘੋੜਾ ਮੰਗ ਕੇ ਲੈਣਾ ਕਰਾਂਗਾ। ਜਿਸ ਕੋ ਦੇਖ ਸਿਹਾਵਤ ਨੈਣ ਸੋ ਮੋਕੋ ਗੁਰ ਕਰ ਹੈ ਦੈਨ। ਤੇ ਫਿਰ ਭਾਈ ਗੋਪਾਲਾ ਜੀ ਵਿਚਾਰਦੇ ਨੇ ਕਿ ਜਿਸ ਘੋੜੇ ਨੂੰ ਵੇਖ ਕੇ ਮਨ ਦੇ ਵਿੱਚ ਬੜਾ ਆਨੰਦ ਪੈਦਾ ਹੋ ਜਾਂਦਾ ਹੈ, ਬੜਾ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ, ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਮੈਂ ਘੋੜਾ ਮੰਗ ਕੇ ਲੈਣਾ ਕਰਾਂਗਾ। ਮੁਖ ਮੰਗਿਓ ਦਹਿ ਕਲੀਨ ਏਵ ਮਨੋਰਥ ਕੋ ਮਨ ਕੀਨ। ਤੇ ਭਾਈ ਗੋਪਾਲੇ ਨੇ ਵਿਚਾਰਿਆ ਕਿ ਸਤਿਗੁਰੂ ਜੀ ਨੇ ਬਚਨ ਕੀਤੇ ਸਨ ਕਿ ਜਿਹੜਾ ਮੁਖ ਤੋਂ ਮੰਗੇਗਾ ਉਹ ਤੈਨੂੰ ਦੇਵਾਂਗਾ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਆਪਣਾ ਬਚਨ ਪੂਰਾ ਕਰਨਗੇ। ਮੈਂ ਘੋੜਾ ਮੰਗਾਂਗਾ ਤੇ ਸਤਿਗੁਰੂ ਜੀ ਮੈਨੂੰ ਘੋੜਾ ਦੇਣਾ ਕਰਨਗੇ। ਜਬੈ ਭਿਖਿਓ ਗੁਰ ਚਰਨ ਉਠਾਇਓ ਪ੍ਰਭ ਮਾਇਆ ਨੇ ਤਬ ਵਿੱਚ ਲਾਇਓ। ਤੇ ਕਹਿੰਦੇ ਜਦੋਂ ਇਹਨੇ ਵੇਖਿਆ ਨਾ ਸਤਿਗੁਰੂ ਜੀ ਨੇ ਆਪਣਾ ਜੋ ਗੋਡਾ ਉੱਪਰ ਕਰਨਾ ਕੀਤਾ, ਪਰਮੇਸ਼ਰ ਦੀ ਮਾਇਆ ਨੇ ਇਹਨੂੰ ਵਿਚਲਾ ਦਿੱਤਾ, ਭੁਲਾ ਦਿੱਤਾ। ਪਰਮੇਸ਼ਰ ਦੀ ਮਾਇਆ ਨੇ ਉਸ ਵੇਲੇ ਭਾਈ ਗੋਪਾਲੇ ਨੂੰ ਸਮਝਿਓ ਹਿਰਦੇ ਗੁਰੂ ਅਬ ਚਲੈ
ਸੁਨੈ ਸਲੋਕ ਨਾ ਸਭ ਫਲ ਫਲੇ। ਉਸ ਵੇਲੇ ਇਹ ਸੋਚਦਾ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਉੱਠ ਕੇ ਚੱਲੇ ਨੇ। ਇਹਨਾਂ ਨੇ ਜਪਜੀ ਸਾਹਿਬ ਦਾ ਤੇ ਪਾਠ ਸੁਣ ਲਿਆ ਏ, ਪਰ ਕਹਿਣ ਲੱਗਿਆ ਭਾਈ ਗੋਪਾਲਾ ਵਿਚਾਰਨ ਲੱਗਿਆ ਕਿ ਹੁਣ ਸ਼ਲੋਕ ਨਹੀਂ ਸੁਣਦੇ ਤੇ ਮੈਨੂੰ ਫਲ ਕਿਵੇਂ ਪ੍ਰਾਪਤ ਹੋਵੇਗਾ ਜੇ ਸਤਿਗੁਰੂ ਜੀ ਨੇ ਸ਼ਲੋਕ ਹੀ ਨਾ ਸੁਣਿਆ। ਬੇਫਲ ਮਨੋਰਥ ਹੋਵਤ ਦੀਖਾ, ਰਿਓ ਛੂਛ ਮੈਂ ਪ੍ਰਥਮ ਸਰੀਖਾ। ਸੋਚਦਾ ਕਿ ਮੈਂ ਖਾਲੀ ਰਹਿ ਜਾਵਾਂਗਾ, ਜੇ ਮੈਂ ਪਹਿਲੋਂ ਖਾਲੀ ਸਾਂ ਉਸੇ ਤਰ੍ਹਾਂ ਖਾਲੀ ਰਹਿ ਜਾਵਾਂਗਾ। ਮੈਂ ਤੇ ਮਨ ਦੇ ਵਿੱਚ ਮਨੋਰਥ ਉਠਾਇਆ ਏ ਕਿ ਸਤਿਗੁਰੂ ਜੀ ਮੈਨੂੰ ਘੋੜਾ ਬਖਸ਼ਣਗੇ, ਮੈਂ ਸਤਿਗੁਰੂ ਜੀ ਦੇ ਕੋਲੋਂ ਘੋੜਾ ਮੰਗਣਾ ਕਰਾਂਗਾ, ਪਰ ਸਤਿਗੁਰੂ ਜੀ ਉੱਠ ਕੇ ਚੱਲੇ ਨੇ। ਇਹੋ ਜਿਹਾ ਮਾਇਆ ਨੇ ਪ੍ਰਭਾਵ ਪਾਇਆ ਕਿ ਭਾਈ ਗੋਪਾਲਾ ਜਿਹੜਾ ਸੀ ਇਹਦਾ ਧਿਆਨ ਜਿਹੜਾ ਸੀ ਉਸ ਪਾਸੇ ਚਲਿਆ ਜਾਂਦਾ ਹੈ। ਲੱਖੁਰ ਕੀ ਗੁਰ ਅੰਤਰ ਜਾਮੇ, ਬੋਲੇ ਕਹਾਂ ਕੀਨ ਤੈ ਕਾਮੇ। ਤੇ ਕਹਿੰਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸਤਿਗੁਰੂ ਜੀ ਅੰਤਰਜਾਮੀ ਨੇ। ਜਦੋਂ ਸਤਿਗੁਰੂ ਜੀ ਨੇ ਇਹਦੇ ਮਨ ਦੀ ਗੱਲ ਜਾਣਨੀ ਕੀਤੀ ਤੇ ਸਤਿਗੁਰੂ ਜੀ ਕਹਿਣ ਲੱਗੇ, ਗੋਪਾਲਿਆ ਤੂੰ ਇਹ ਕੀ ਕੀਤਾ, ਤੂੰ ਇਹ ਕੀ ਖਾਮੀ ਕਰਨੀ ਕੀਤੀ, ਮਨ ਦੇ ਵਿੱਚ ਮਨੋਰਥ ਉਠਾਉਣਾ ਕੀਤਾ। ਬਿਨਾ ਮਨੋਰਥ ਜਪਜੀ ਸਾਰੋ, ਪੂਰਬ ਸਮਝੇ ਸਕਲ ਉਚਾਰੋ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਗੋਪਾਲਿਆ ਸਾਰਾ ਜਪਜੀ ਸਾਹਿਬ ਦਾ ਪਾਠ ਬਿਨਾ ਕਿਸੇ ਮਨੋਰਥ ਤੋਂ, ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਮਨੋਰਥ ਨਹੀਂ ਸੀ, ਬਿਨਾ ਕਿਸੇ ਮਨੋਰਥ ਤੋਂ ਤੂੰ ਸਾਰਾ ਜਪਜੀ ਸਾਹਿਬ ਦਾ ਪਾਠ ਸਾਨੂੰ ਸੁਣਾਉਣਾ ਕੀਤਾ। ਸ੍ਰੀ ਨਾਨਕ ਗਾਦੀ ਵਡਿਆਈ, ਸਗਰੇ ਜਗ ਕੀ ਬਰ ਗੁਰਿਆਈ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਗੋਪਾਲਿਆ ਅਸੀਂ ਤੇਰੇ ਤੇ ਇੰਨੇ ਖੁਸ਼ ਹੋਏ, ਅਸੀਂ ਤੇਰੇ ਤੇ ਇੰਨੇ ਪ੍ਰਸੰਨ ਹੋਏ, ਅਸੀਂ ਵਿਚਾਰਿਆ ਕਿ ਜਗਤ ਦੀ ਗੁਰਿਆਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਗੱਦੀ ਦਾ ਤੈਨੂੰ ਮਾਲਕ ਬਣਾ ਦਈਏ। ਇੰਨੇ ਪਿਆਰ ਦੇ ਵਿੱਚ ਆ ਕੇ ਤੂੰ ਸਾਨੂੰ ਗੁਰੂ ਦੀ ਬਾਣੀ ਸੁਣਾਉਣੀ ਕੀਤੀ, ਪਰ ਤੂੰ ਮਨ ਦੇ ਵਿੱਚ ਕਿਹੋ ਜਿਹਾ ਮਨੋਰਥ ਲਿਆਉਣਾ ਕੀਤਾ। ਸੋ ਹਮ दैन उठत समय, जिसके अगर त्रिलोकी नमे। ਤੇ ਸਤਿਗੁਰੂ ਜੀ ਕਹਿਣ ਲੱਗੇ ਗੋਪਾਲਿਆ ਅਸੀਂ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਗੱਦੀ ਦਾ ਤੈਨੂੰ ਮਾਲਕ ਬਣਾਉਣ ਲੱਗੇ ਸਾਂ, ਜਿਹਦੇ ਅੱਗੇ ਤਰਲੋਕੀ ਨਮਸਕਾਰ ਕਰਦੀਏ। ਤਿੰਨਾਂ ਲੋਕਾਂ ਦੇ ਤਿੰਨਾਂ ਲੋਕ ਜਿਹੜੇ ਨੇ ਉਹ ਸਾਰੇ ਤੇ ਉਸ ਦੇ ਅੱਗੇ ਨਮਸਕਾਰ ਕਰਦੇ ਨੇ, ਆਪਣਾ ਸਿਰ ਨਿਵਾਉਂਦੇ ਨੇ। ਅਸੀਂ ਤੇ ਤੈਨੂੰ ਉਸ ਗੱਦੀ ਦਾ ਮਾਲਕ ਬਣਾਉਣ ਲੱਗੇ ਸਾਂ। ਕਹਾਂ ਕਰੈ ਬਸ ਤੋਹੇ ਨ ਕੋਈ, ਜਹਾਂ ਉਚਿਤ ਹੋਏ ਪਹੁੰਚੈ ਸੋਈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਕਿਸੇ ਦੇ ਵਸ ਦੇ ਵਿੱਚ ਕੁਛ ਨਹੀਂ, ਕੋਈ ਕੁਛ ਨਹੀਂ ਕਰ ਸਕਦਾ। ਇਹ ਤੇ ਵਸਤੂ ਉੱਥੇ ਪਹੁੰਚਦੀ ਹੈ ਜਿਹਦੇ ਵਸਤੂ ਭਾਗਾਂ ਦੇ ਵਿੱਚ ਹੋਵੇ, ਭਾਗਾਂ ਤੋਂ ਬਿਨਾਂ ਇਹ ਕਦੀ ਵਸਤੂ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਕਰਦੀ। ਅਬ ਪੀ ਧਨ ਜਨਮ ਤੁਵ ਭਇਓ, ਜਨਮ ਮਰਨ ਦੁਖ ਸਭ ਮਿਟ ਗਇਓ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਭਾਈ ਗੋਪਾਲਿਆ ਹੁਣ ਵੀ ਤੂੰ ਧਨਤਾ ਦੇ ਯੋਗ ਹੈ, ਤੇਰਾ ਜੰਮਣਾ ਮਰਨਾ ਮਿਟ ਗਿਆ ਏ। ਸਤਿਗੁਰੂ ਜੀ ਕਹਿਣ ਲੱਗੇ ਕਿ ਤੇਰਾ ਅਸੀਂ ਜੰਮਣਾ ਮਰਨਾ ਖਤਮ ਕਰ ਦਿੱਤਾ ਹੈ, ਹੁਣ ਵੀ ਤੂੰ ਵੱਡੇ ਭਾਗਾਂ ਵਾਲਾ ਹੈ ਜਿਨੇ ਬੜੇ ਪਿਆਰ ਦੇ ਵਿੱਚ ਆ ਕੇ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਣਾ ਕੀਤਾ। ਕਰਿਓ ਮਨੋਰਥ ਜੋ ਅਬ ਜੈਸੇ, ਸੋਲੀ ਜੋ ਨ ਬਿਲ ਮੋਹ ਜੈਸੇ। ਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਗੋਪਾਲਿਆ ਜਿਹੋ ਜਿਹਾ ਤੂੰ ਮਨੋਰਥ ਮਨ ਦੇ ਵਿੱਚ ਕੀਤਾ ਹੈ ਨਾ, ਜੋ ਮਨੋਰਥ ਮਨ ਦੇ ਵਿੱਚ ਰੱਖਿਆ ਹੈ ਉਹ ਤੇਰਾ ਅਸੀਂ ਮਨੋਰਥ ਵੀ ਪੂਰਾ ਕਰਾਂਗੇ। ਤੂੰ ਘੋੜੇ ਦਾ ਮਨ ਦੇ ਵਿੱਚ ਮਨੋਰਥ ਲਿਆਉਣਾ ਕੀਤਾ, ਘੋੜਾ ਵੀ ਤੈਨੂੰ ਦੇਣਾ ਕਰਾਂਗੇ। ਕਹਿ ਕਰ ਸੋ ਘੋੜਾ ਮੰਗਵਾਇਓ, ਸੁੰਦਰ ਜਿਸ ਪਰ ਜੀਨ ਸੁਹਾਇਓ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸੇਵਕ ਨੂੰ ਕਹਿ ਕੇ ਉਸ ਵੇਲੇ ਘੋੜਾ ਮੰਗਵਾਉਣਾ ਕੀਤਾ, ਜਿਸ ਘੋੜੇ ਦੇ ਉੱਤੇ ਬੜੀ ਸੁੰਦਰ ਕਾਠੀ ਧਾਰਨ ਕੀਤੀ ਸੀ। ਸਤਿਗੁਰੂ ਜੀ ਨੇ ਜਿਸ ਵੇਲੇ ਉਹ ਘੋੜਾ ਮੰਗਵਾਇਆ, ਸਵਾ ਲੱਖ ਕੀ ਕੀਮਤ ਜਾਹੀ, ਹੋਏ ਪ੍ਰਸੰਨ ਬਖਸ਼ਤ ਭੇ ਤਾਹੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਸ ਘੋੜੇ ਦੀ ਕੀਮਤ ਤਕਰੀਬਨ ਸਵਾ ਲੱਖ ਸੀ, ਸਤਿਗੁਰੂ ਜੀ ਜਪਜੀ ਸਾਹਿਬ ਦਾ ਪਾਠ ਸੁਣ ਕੇ ਭਾਈ ਗੋਪਾਲੇ ਤੇ ਖੁਸ਼ ਹੋ ਕੇ, ਭਾਈ ਗੋਪਾਲੇ ਤੇ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਉਹ ਘੋੜਾ ਜਿਹੜਾ ਸੀ ਇਹਨੂੰ ਭਾਈ ਗੋਪਾਲੇ ਨੂੰ ਬਖਸ਼ਣਾ ਕੀਤਾ। ਬਸਤਰ ਬੇਭੂਖਨ ਧਨ ਕੁਛ ਔਰ, ਦੇਤ ਭਏ ਸੋਢੀ ਸਿਰ ਮੋਰ। ਕੁਛ ਬਸਤਰ ਤੇ ਕੁਛ ਧਨ ਤੇ ਗਹਿਣੇ ਆਦਿਕ ਵੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਾਈ ਗੋਪਾਲੇ ਨੂੰ ਬਖਸ਼ੇ। ਲਏ ਗੋਪਾਲੇ ਆਨੰਦ ਪਾਇਓ, ਸ੍ਰੀ ਗੁਰ ਤੇ ਸੁਨ ਕਰ ਪਛਤਾਇਓ। ਤੇ ਭਾਈ ਗੋਪਾਲੇ ਨੇ ਇਹ ਸਾਰੇ ਪਦਾਰਥ ਲਏ, ਖੁਸ਼ ਤੇ ਹੋਇਆ,
ਪਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲੋਂ ਸੁਣ ਕੇ ਬੜਾ ਇਹਨੇ ਪਛਤਾਤਾਪ ਕੀਤਾ ਕਿ ਮੈਨੂੰ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਗੱਦੀ ਦਾ ਮਾਲਕ ਬਣਾਉਣਾ ਚਾਹੁੰਦੇ ਸਨ, ਪਰ ਮੈਂ ਕਿਹੋ ਜਿਹਾ ਮਨੋਰਥ ਮਨ ਦੇ ਵਿੱਚ ਧਾਰਨ ਕਰਨਾ ਕੀਤਾ ਹੈ। ਮਾਤਰਾ ਬਰਣ ਸੰਭਾਰੈ ਸਾਰੇ, ਸ੍ਰੀ ਗੁਰਬਾਣੀ ਸਿੱਖ ਉਚਾਰੇ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਗੁਰੂ ਦਾ ਸਿੱਖ ਗੁਰੂ ਦੀ ਬਾਣੀ ਮਾਤਰਾ ਤੇ ਅੱਖਰ ਸੰਭਾਲ ਕੇ ਸ਼ੁੱਧ ਗੁਰੂ ਦੀ ਬਾਣੀ ਪੜ੍ਹਨੀ ਕਰਦਾ ਹੈ। ਮਹਾ ਮਹਾਤਮ ਕਰ ਦਿਖਰਾਇਓ, ਨੈ ਤਿਰਲੋਕ ਮੈਂ ਸਮ ਕੁਛ ਪਾਇਓ। ਤੇ ਕਹਿਣ ਲੱਗੇ ਕਿ ਉਹਦਾ ਜਿਹੜਾ ਮਹਾਤਮ ਹੈ ਬਹੁਤ ਵੱਡਾ ਮਹਾਤਮ ਹੈ। ਤਰਲੋਕੀ ਦੇ ਵਿੱਚ ਇਹੋ ਜੀ ਕੋਈ ਵਸਤੂ ਨਹੀਂ ਜਿਹੜੀ ਵਸਤੂ ਉਹਨੂੰ ਪ੍ਰਾਪਤ ਨਾ ਹੋਵੇ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਗੁਰੂ ਦੀ ਬਾਣੀ ਸ਼ੁੱਧ ਪੜ੍ਹਦਾ ਹੈ, ਬੜੇ ਪਿਆਰ ਦੇ ਵਿੱਚ ਆ ਕੇ ਪੜ੍ਹਨਾ ਕਰਦਾ ਹੈ। ਜਿਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਪਿਆਰ ਵਾਲੇ ਸਿੱਖ ਆਉਂਦੇ ਨੇ। ਬਾਬਾ ਬੁੱਢਾ ਜੀ ਆਦਿਕ ਜਿਹੜੇ ਨੇ ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਣਗੇ। ਜਿਹੜਾ ਸਤਿਗੁਰੂ ਜੀ ਨੇ ਨਗਰ ਵਸਾਇਆ ਹੈ, ਇਹਦਾ ਨਗਰ ਸਤਿਗੁਰੂ ਜੀ ਇਹਦਾ ਨਾਮ ਜਿਹੜਾ ਹੈ ਬਾਬਾ ਬੁੱਢਾ ਜੀ ਦੇ ਕਹਿਣ ਤੇ ਹਰਗੋਬਿੰਦਪੁਰਾ ਰੱਖਣਾ ਕਰਨਗੇ। ਸੋ ਪਾਵਨ ਜਸ ਕੱਲ ਦੇ ਪ੍ਰਸੰਗ ਦੇ ਵਿੱਚ ਸ਼ਰਵਣ ਕਰਾਂਗੇ। ਆਪ ਜੀ ਦੇ ਨਾਲ ਵਿਚਾਰਾਂ ਕਰਦੇ ਹਾਂ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਮਾਫ ਕਰਨੀਆਂ। ਸੰਗਤ ਤੇ ਗੁਰੂ ਬਖਸ਼ਣ ਜੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।